ਹੁਣੇ कोर्ट ने ऑर्डर किए ने भी SHO अमनजोत संधू जिंदे खिलाफ कोई FIR दर्ज नहीं हुई, जिंदे खिलाफ कोई भी कंप्लेंट नहीं हैगी, फिर भी पता नहीं क्यों पुलिस डिपार्टमेंट ने उन्होंने सस्पेंड कर दिता। ये सरासर धक्का हो रहा है। मैडम बहुत बढ़िया उसमें बिल्कुल धक्का हो रहा है। जे मेरे कोई बयान लिखाना जो भी मर्जी मैं फोन करो, पर मैं जल्दी बयान लिखा 1 लाख रुपया एज पर वर्जन ऑफ गुरबचन सिंह जी उन्होंने दे भी दिता। ओके, जो पैसे देते हो उस कांस्टेबल को देते, मैडम को कितने नहीं देते। इस बेस से फिर बाद उन्होंने एप्लीकेशन दी गुरबचन सिंह जी ने कि मैं पैसे भी देते, मेरी इन्वेस्टिगेशन नहीं हुई तो इस बंदे ने, इस कांस्टेबल ने मेरे तो पैसे लेते हैं जी। मैडम के खिलाफ कोई एलिगेशन नहीं है जी रिगार्डिंग। कमिश्नर ऑफ पुलिस ਨੂੰ ਕੀ ਚਾਹੀਦਾ ਸੀ, ਉਹਨਾਂ ਨੂੰ ਮੈਟਰ ਇਨਵੈਸਟੀਗੇਟ ਕਰਨ ਤੋਂ ਪਹਿਲਾਂ, ਸਸਪੈਂਸ਼ਨ ਕਰਨ ਤੋਂ ਪਹਿਲਾਂ, ਡਿਪਾਰਟਮੈਂਟਲ ਇਨਕੁਆਇਰੀ ਸ਼ੁਰੂ ਕਰਨ ਤੋਂ ਪਹਿਲਾਂ ਜੀ ਉਹਨਾਂ ਨੂੰ ਇੰਟਾਇਰ ਮੈਟਰ ਜਿਹੜਾ ਹੈਗਾ ਡਿਸਟ੍ਰਿਕਟ ਮੈਜਿਸਟਰੇਟ ਦੇ ਸਾਹਮਣੇ ਰੱਖਣਾ ਚਾਹੀਦਾ ਸੀਗਾ। ਐਲੀਗੇਸ਼ਨ ਕੋਈ ਹੈ ਨਹੀਂ, ਬਿਨਾਂ ਐਲੀਗੇਸ਼ਨ ਤੇ ਬਿਨਾਂ ਕੋਈ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਕੀਤੇ ਹੋਏ ਮੈਡਮ ਦੇ ਖਿਲਾਫ ਸਭ ਤੋਂ ਵੱਡੀ ਗੱਲ ਹੈਗੀ ਇਹਦੇ ਵਿੱਚ, ਚਲੋ ਟੈਕਨੀਕੈਲਿਟੀ ਤੋਂ ਅਪਾਰਟ, ਇਹਦੇ ਵਿੱਚ ਮੈਡਮ ਦੇ ਖਿਲਾਫ ਕੋਈ ਐਲੀਗੇਸ਼ਨ ਹੀ ਨਹੀਂ ਹੈ। रूल 16.38 ਬਣਿਆ ਹੀ ਆਹੀ ਕੰਮ ਲਈ ਹੈ ਕਿਉਂਕਿ ਪੁਲਿਸ ਅਫੀਸ਼ੀਅਲਸ ਪਬਲਿਕ ਡਿਊਟੀ ਡਿਸਚਾਰਜ ਕਰਦੇ ਆ ਤੇ ਇਹਨਾਂ ਦੇ ਖਿਲਾਫ ਝੂਠੀਆਂ ਕੰਪਲੇਂਟਸ ਬੜੀਆਂ ਨਹੀਂ ਹੈ ਤਾਂ ਇਹਨਾਂ ਨੂੰ ਪ੍ਰੋਟੈਕਟ ਕਰਨ ਲਈ ਹੀ 16.38 ਹੈ, ਉਹਦਾ ਆਬਜੈਕਟ ਹੀ ਆਹੀ ਹੈ। ਐਲੀਗੇਸ਼ਨਸ ਦੇਖੇ ਬਿਨਾਂ ਹੀ ਇਹਨਾਂ ਨੂੰ ਇੱਕ ਕਾਲਪਿਟ ਬਣਾ ਦਿੱਤਾ ਗਿਆ। ਜੀ ਬਿਲਕੁਲ, ਐਲੀਗੇਸ਼ਨ ਵੀ ਨਹੀਂ ਹੈ, ਡਿਪਾਰਟਮੈਂਟਲ ਵੀ ਖੋਲਤੀ। ਸਰ ਰੀਸੈਂਟ ਆਰਡਰ ਹੈਗੇ ਡਿਪਾਰਟਮੈਂਟਲ ਜਿਹੜੀ ਇਹਨਾਂ ਦੀ ਪ੍ਰੋਸੀਡਿੰਗ ਇਨੀਸ਼ੀਏਟ ਕੀਤੀ ਹੈਗੀ, ਉਹ ਪੂਰਾ ਦਾ ਆਰਡਰ till the next date of hearing stay ਹੋ ਚੁੱਕਾ ਜੀ। ਹਾਂਜੀ, ਔਰ ਉਹ ਡਿਊਟੀ ਹੁਣ ਜੁਆਇਨ ਕਰ ਸਕਦੇ ਨੇ ਸਰ, ਡਿਊਟੀ ਜੁਆਇਨ ਕਰ ਸਕਦੇ ਆ। ਇਹਦਾ ਮਤਲਬ ਆਹੀ ਹੋ ਗਿਆ ਜੇ ਸਸਪੈਂਸ਼ਨ ਆਰਡਰ ਪਲੱਸ ਜਿਹੜਾ ਆਰਡਰ ਕਾਮਨ ਆਰਡਰ ਹੈ ਜਿਹਦੇ ਨਾਲ ਇਨਕੁਆਇਰੀ ਇਨੀਸ਼ੀਏਟ ਕੀਤੀ ਹੈ, ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਜੋ ਫੇਲ ਹੋ ਗਿਆ, ਤਾਂ ਮੈਮ ਉਹੀ ਪੋਜੀਸ਼ਨ 'ਚ ਹੈ ਜੋ ਪਹਿਲਾਂ ਸੀ। ਮਤਲਬ ਉਹ ਡਿਊਟੀ ਜੁਆਇਨ ਕਰ ਸਕਦੇ ਆ। ਐਵੇਂ ਪੜਿਆ ਜਾਊਗਾ ਉਹ ਆਰਡਰ ਐਗਜ਼ਿਸਟ ਹੀ ਨਹੀਂ ਕਰਦਾ, ਐਗਜ਼ਿਸਟ ਹੀ ਨਹੀਂ ਕਰਦਾ। ਬਿਲਕੁਲ ਬਿਲਕੁਲ, ਮਤਲਬ ਉਹ ਆਰਡਰਾਂ ਦੀ ਵੈਲਿਊ ਖਤਮ ਕਰ ਦਿੱਤੀ ਗਈ ਹੈ ਔਰ ਜਿੱਥੇ ਉਹ ਡਿਊਟੀ ਜਿਸ ਹਿਸਾਬ ਨਾਲ ਕਰ ਰਹੇ ਸੀਗੇ ਉਸੇ ਰੁਤਬੇ ਦੇ ਨਾਲ ਉਹ ਡਿਊਟੀ ਜੁਆਇਨ ਕਰ ਸਕਦੇ ਨੇ। ਬਿਲਕੁਲ ਸਰ, ਬਿਲਕੁਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਹਾਂ ਤੁਹਾਡਾ ਨਾਲ ਸੁਸ਼ੀਲ ਮਚਾਨ। ਅੱਜ ਫਿਰ ਇੱਕ ਕੇਸ ਸੁਰਖੀਆਂ ਦੇ ਵਿੱਚ ਹੈ, SHO ਅਮਨਜੋਤ ਸੰਧੂ ਜੋ ਕਿ ਸਰਾਭਾ ਨਗਰ ਥਾਣੇ ਦੇ ਵਿੱਚੋਂ ਜਿਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀਗਾ ਔਰ ਸਸਪੈਂਡ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀਗੇ। ਹੁਣ ਇੱਕ ਵਾਰੀ ਫਿਰ ਉਹ ਸੁਰਖੀਆਂ ਵਿੱਚ ਆ ਚੁੱਕੇ ਨੇ। 32.5 ਲੱਖ ਦਾ ਸਾਈਬਰ ਫਰੋਡ ਦੀ ਜਿਹੜੀ ਹੈਗੀ ਹੈ ਇਨਕੁਆਇਰੀ ਮਾਰਕ ਹੁੰਦੀ ਹੈ ਮੋਹਾਲੀ ਦੇ ਵਿੱਚ SHO ਸਾਹਿਬ ਨੂੰ, ਇੰਸਪੈਕਟਰ ਸਾਹਿਬ ਨੂੰ, ਅਮਨਜੋਤ ਸੰਧੂ ਨੂੰ, ਜਿੰਦੇ ਵਿੱਚ ਉਹਨਾਂ ਦਾ ਕੋਈ ਨੀਚੇਲਾ ਹੇਠਲਾ ਮੁਲਾਜ਼ਮ ਉਹਨਾਂ ਨੂੰ ਪਾਰਟੀ ਨੂੰ ਬਹਿਲਾ ਫਸਲਾ ਕੇ ਉਹਨਾਂ ਕੋਲੋਂ ਲੱਖ ਰੁਪਈਆ ਰਿਸ਼ਵਤ ਲੈ ਲੈਂਦਾ ਔਰ ਉਸ ਵਿੱਚ SHO ਅਮਨਜੋਤ ਸੰਧੂ ਨੂੰ ਬਿਲਕੁਲ ਨਹੀਂ ਪਤਾ ਹੁੰਦਾ, ਜਿਸ ਵਿੱਚ ਇਹ ਖਬਰ ਜੋ ਲਾਸਟ ਟਾਈਮ ਸਾਰੇ ਮੀਡੀਆ ਨੇ ਤੁਹਾਨੂੰ ਦਿਖਾਈ ਗਈ ਸੀਗੀ, ਮਗਰ ਲੁਧਿਆਣਾ ਲਾਈਵ ਦੇ ਵਿੱਚ ਇੱਕ ਹੀ ਚੈਨਲ ਨੇ ਸੱਚਾਈ ਦਿਖਾਈ ਸੀਗੀ ਜੋ ਕਿ SHO ਅਮਨਜੋਤ ਸੰਧੂ ਦੇ ਹੱਕ ਵਿੱਚ ਆ ਕੇ ਉਹਨਾਂ ਨੇ ਵੀਡੀਓ ਪਾ ਕੇ ਲੁਧਿਆਣਾ ਲਾਈਵ ਨੂੰ ਇੱਕ ਜੱਗ ਜ਼ਾਹਿਰ ਕੀਤਾ ਸੀਗਾ ਵੀ SHO ਅਮਨਜੋਤ ਸੰਧੂ ਦੇ ਖਿਲਾਫ ਮੇਰੀ ਕੋਈ ਵੀ ਨਾ ਤਾਂ ਕੰਪਲੇਂਟ ਗਈ ਹੋਈ ਹੈ, ਨਾ ਹੀ ਮੈਂ ਉਹਨਾਂ ਦੇ ਉੱਤੇ ਕੋਈ ਐਕਸ਼ਨ ਕਰਵਾਉਣ ਦੀ ਕੋਈ ਮੰਗ ਕੀਤੀ ਹੈ, ਨਾ ਹੀ ਮੈਂ ਉਹਨਾਂ ਨੂੰ ਕੋਈ ਰਿਸ਼ਵਤ ਦਿੱਤੀ ਹੈ। ਫਿਰ ਵੀ ਪਤਾ ਨਹੀਂ ਕਿਉਂ ਵਿਭਾਗੀ ਇਨਕੁਆਇਰੀ ਨੂੰ ਲੈ ਕੇ ਆਪਣੇ DIG ਸਾਹਿਬ ਤੋਂ ਲੈ ਕੇ ਨੀਚੇ ਪੁਲਿਸ ਕਮਿਸ਼ਨਰ ਸਾਹਿਬ ਤੱਕ ਇਹ ਸਾਰਾ ਐਕਸ਼ਨ ਲਿੱਤਾ ਗਿਆ ਜੋ ਕਿ ਅਨਐਥੀਕਲ ਸੀਗਾ। ਇੱਕ ਕੋਰਟ ਦੇ ਮੁਤਾਬਿਕ, ਜੋ ਕੋਰਟ ਦੇ ਮੁਤਾਬਿਕ ਹੈਗਾ ਵਾ, ਹੁਣੇ ਬਹੁਤ ਵੱਡੀ ਖਬਰ ਜੋ ਜੱਗ ਜ਼ਾਹਿਰ ਹੋ ਰਹੀ ਹੈਗੀ ਹੈ, ਜੋ ਤੁਹਾਡੇ ਨਾਲ ਡਾਇਰੈਕਟਲੀ ਅਸੀਂ ਸਾਂਝੀ ਕਰ ਰਹੇ ਹਾਂ ਪਹਿਲ ਦੇ ਆਧਾਰ ਦੇ ਉੱਤੇ। ਇੱਕ ਹੁਣੇ ਕੋਰਟ ਨੇ ਆਰਡਰ ਕੀਤੇ ਨੇ ਵੀ SHO ਅਮਨਜੋਤ ਸੰਧੂ ਜਿੰਦੇ ਖਿਲਾਫ ਕੋਈ FIR ਦਰਜ ਨਹੀਂ ਹੋਈ, ਜਿੰਦੇ ਖਿਲਾਫ ਕੋਈ ਵੀ ਕੰਪਲੇਂਟ ਨਹੀਂ ਹੈਗੀ, ਫਿਰ ਵੀ ਪਤਾ ਨਹੀਂ ਕਿਉਂ ਪੁਲਿਸ ਡਿਪਾਰਟਮੈਂਟ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਸਵਾਲ ਇਹ ਪੈਦਾ ਹੁੰਦੇ ਨੇ ਵੀ ਇਹ ਕਿਹਦੇ ਕਹਿਣ ਤੇ ਕੀਤਾ ਜਾਂ ਉਹਨਾਂ ਨੂੰ ਨਹੀਂ ਪਤਾ ਸੀਗਾ ਕਿਹੜਾ ਧਾਰਾ, ਕਿਹੜਾ ਸੈਕਸ਼ਨ ਲਗਾ ਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀਗਾ। ਅਗਰ ਕੋਈ ਪੁਲਿਸ ਕਮਿਸ਼ਨਰ ਜਾਂ ਕੋਈ ਨੀਚਲਾ ਅਧਿਕਾਰੀ ਕੋਈ ਵੀ ਰਿਸ਼ਵਤ ਲੈਂਦਾ ਜਾਂ ਰਿਸ਼ਵਤ ਲੈਂਦੇ ਹੋਏ ਕੋਈ ਵੀ ਇਲਜ਼ਾਮ ਲੱਗਦੇ ਨੇ, ਉਹਨਾਂ ਨੂੰ ਪਬਲਿਕ ਰਿਲੇਸ਼ਨਸ਼ਿਪ ਤੋਂ ਹਟਾ ਕੇ ਵਿਭਾਗੀ ਦੌਰੇ ਦੇ ਵਿੱਚ ਬਿਠਾਇਆ ਜਾਂਦਾ, ਵਿਭਾਗੀ ਕਾਰਵਾਈ ਦੇ ਵਿੱਚ ਬਿਠਾਇਆ ਜਾਂਦਾ ਵਾ ਤਾਂ ਕਿ ਉਹਦੀ ਰਿਪੋਰਟ ਬਣਾ ਕੇ ਮੈਜਿਸਟ੍ਰੇਟ ਸਾਹਿਬ ਨੂੰ ਭੇਜ ਕੇ ਉਹਨਾਂ ਦੇ ਉੱਤੇ ਅਗਲੀ ਇਨਕੁਆਇਰੀ ਕਰਾ ਕੇ ਤੇ ਆਪਣਾ ਕੋਈ ਐਕਸ਼ਨ ਕਰਵਾਇਆ ਜਾਵੇ। ਮਗਰ ਇੱਥੇ ਸਾਰਾ ਕੁਝ ਹੀ
ਪੁਲਿਸ ਡਿਪਾਰਟਮੈਂਟ ਮੈਜਿਸਟ੍ਰੇਟ ਵੀ ਬਣ ਗਏ ਔਰ ਫੈਸਲਾ ਵੀ ਸੁਣਾ ਦਿੱਤਾ ਗਿਆ ਸੀਗਾ। ਮਗਰ ਹਾਈ ਕੋਰਟ ਨੇ ਹੁਣੇ ਆਰਡਰ ਕੀਤੇ ਨੇ ਬਈ ਇਹਦੇ ਵਿੱਚ ਕੋਈ FIR ਦਰਜ ਨਹੀਂ ਹੋਈ ਸੀਗੀ, ਇਹਦੇ ਵਿੱਚ ਕੋਈ ਵੀ ਕੰਪਲੇਂਟ ਨਹੀਂ ਸੀਗੀ, ਫਿਰ ਵੀ ਪੁਲਿਸ ਨੇ ਜਿਹੜਾ ਐਕਸ਼ਨ ਲਿੱਤਾ ਹੈ ਉਹ ਕਿਸ ਤਰ੍ਹਾਂ ਲਿੱਤਾ ਹੈਗਾ ਵਾ। ਆਓ ਆਪਾਂ ਗੱਲ ਕਰਦੇ ਹਾਂ ਜੋ ਚੰਡੀਗੜ੍ਹ ਐਂਡ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਨੇ ਜਿਨ੍ਹਾਂ ਨੇ ਅਮਨਜੋਤ ਸੰਧੂ ਜੋ SHO ਸੀਗੇ ਉਹਨਾਂ ਦਾ ਕੇਸ ਦੇਖਿਆ ਹੈਗਾ ਵਾ ਔਰ ਉਹਨਾਂ ਨੇ ਪੂਰੀ ਪੁਆਇੰਟ ਟੂ ਪੁਆਇੰਟ ਆਪਾਂ ਗੱਲ ਕਰਦੇ ਹਾਂ ਵੀ ਵਿੱਚ ਕੀ ਆਰਡਰ ਹੋਣੇ ਚਾਹੀਦੇ ਸੀਗੇ ਔਰ ਕਿੱਦਾਂ ਹੋਇਆ ਵਾ। ਬਿਜ਼ੀ ਜਾ ਰਿਹਾ ਫੋਨ। ਪੂਰੀ ਡਿਟੇਲ ਦੇ ਵਿੱਚ ਆਪਾਂ ਤੁਹਾਡੇ ਅੱਗੇ ਸੱਚਾਈ ਰੱਖਾਂਗੇ। ਜਿਵੇਂ ਕਿ ਪਿਛਲੀ ਵਾਰ ਅਸੀਂ ਪੂਰਾ ਜੱਗ ਜ਼ਾਹਿਰ ਕੀਤਾ ਸੀਗਾ, ਇੱਕ ਵਰਦੀ ਜੋ ਪੁਲਿਸ ਦੀ ਹੈਗੀ ਆ, ਚੰਗਾ ਅਫਸਰ ਜਿਹੜਾ ਹੈਗਾ ਚੰਗੇ ਕੰਮ ਕਰਦਾ ਅਕਸਰ ਉਹਦੇ ਬਲੇਮ ਲੱਗਦੇ ਹੁੰਦੇ ਨੇ, ਮਗਰ ਵਰਦੀ ਉੱਤੇ ਦਾਗ ਨਹੀਂ ਲੱਗਣਾ ਚਾਹੀਦਾ। ਸਾਡੀ ਟੀਮ ਉਸੇ ਨੂੰ ਜੱਗ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹਦੇ ਤੇ ਵਰਕਿੰਗ ਕਰ ਰਹੀ ਹੈਗੀ ਹੈ। ਮੇਰੀ ਗੱਲ ਸਰ ਐਡਵੋਕੇਟ ਲਖਵਿੰਦਰ ਸਿੰਘ ਮਾਨ ਜੀ ਨਾਲ ਹੋ ਰਹੀ ਹੈ? ਹਾਂਜੀ ਸਰ। ਸਰ ਸਤਿ ਸ਼੍ਰੀ ਅਕਾਲ ਜੀ, ਸੁਸ਼ੀਲ ਮਚਾਨ ਗੱਲ ਕਰ ਰਹੇ ਹਾਂ ਜੀ ਲੁਧਿਆਣਾ ਲਾਈਵ ਤੋਂ, ਸੀਨੀਅਰ ਪੱਤਰਕਾਰ। ਹਾਂਜੀ ਸਰ, ਕੀ ਹਾਲ ਚਾਲ ਸਰ? ਵਧੀਆ ਸਰ ਵਧੀਆ। ਸਰ ਇੱਕ ਤੁਸੀਂ ਜੋ SHO ਅਮਨਜੋਤ ਸੰਧੂ ਜੀ ਦਾ ਕੇਸ ਦੇਖ ਰਹੇ ਸੀਗੇ। ਹਾਂਜੀ ਸਰ ਉਹਦੇ ਤੇ ਥੋੜਾ ਜਿਹਾ ਚਾਨਣ ਪਾਓਗੇ, ਕੇਸ ਐਕਚੁਅਲ ਦੇ ਵਿੱਚ ਹੈ ਕੀ ਸੀਗਾ ਔਰ ਉਹਨੂੰ ਕੀ ਬਣਾ ਦਿੱਤਾ ਕਿ ਹੁਣ ਰੀਸੈਂਟ ਜਿਹੜੇ ਆਰਡਰ ਨੇ ਉਹ ਕੀ ਹੈਗੇ ਨੇ? ਸਰ ਇਹਦੇ ਵਿੱਚ ਐਵੇਂ ਹੋਇਆ ਸੀਗਾ, ਇੱਕ ਐਕਸ ਸਰਪੰਚ ਜੀ ਸੀ ਗੁਰਬਚਨ ਸਿੰਘ ਜੀ। ਗੁਰਬਚਨ ਸਿੰਘ ਜੀ ਨੇ ਇੱਕ ਕੰਪਲੇਂਟ ਦਿੱਤੀ ਸੀਗੀ। ਉਸ ਕੰਪਲੇਂਟ ਦੇ ਵਿੱਚ ਕਿਹਾ ਸੀ ਵੀ ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀਗੀ ਫॉर ਕਮਿਸ਼ਨ ਆਫ ਫਰਾਡ, ਉਹਨਾਂ ਨਾਲ ਫਰਾਡ ਹੋਇਆ ਸੀ, ਕੋਈ ਸਾਈਬਰ ਫਰਾਡ ਜੀ, ਤੇ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਸੀਗੀ ਅਮਨਜੋਤ ਕੌਰ ਮੈਮ ਨੂੰ ਜੀ, ਬੀਇੰਗ SHO ਆਫ ਦਾ ਸਾਈਬਰ ਪੁਲਿਸ ਸਟੇਸ਼ਨ ਜੀ। ਤੇ ਉਸ ਐਪਲੀਕੇਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਸੀ ਮੇਰੀ ਐਪਲੀਕੇਸ਼ਨ ਦੀ ਤਫਤੀਸ਼ ਕਰੋ ਜੀ। ਤੇ ਮੈਮ ਦੇ ਨਾਲ ਇੱਕ ਕਾਂਸਟੇਬਲ ਸੀ ਚਨਨ ਜੀ ਜੀ। ਤੇ ਚਨਨ ਜੀ ਨੇ ਉਹਨਾਂ ਕੋਲੋਂ ਡਿਮਾਂਡ ਕੀਤੀ 1 ਲੱਖ ਰੁਪਏ ਦੀ ਜੀ। ਵੀ ਤੁਹਾਡੀ ਜਿਹੜੀ ਐਪਲੀਕੇਸ਼ਨ ਹੈਗੀ ਹੈ, ਐਪਲੀਕੇਸ਼ਨ ਦੇ ਵਿੱਚ ਇਨਵੈਸਟੀਗੇਸ਼ਨ ਅਸੀਂ ਕੰਡਕਟ ਕਰਵਾ ਦਾਂਗੇ ਤੇ ਉਹਦੇ ਲਈ 1 ਲੱਖ ਰੁਪਏ ਲੱਗੂਗੇ ਜੀ। 1 ਲੱਖ ਰੁਪਏ ਐਸ ਪਰ ਵਰਜਨ ਆਫ ਗੁਰਬਚਨ ਸਿੰਘ ਜੀ ਉਹਨਾਂ ਨੇ ਦੇ ਵੀ ਦਿੱਤਾ। ਓਕੇ। ਉਹ ਜਿਹੜਾ ਪੈਸੇ ਦਿੱਤੇ ਉਹ ਉਸ ਕਾਂਸਟੇਬਲ ਨੂੰ ਦਿੱਤੇ, ਮੈਡਮ ਨੂੰ ਕਿਤੇ ਨਹੀਂ ਦਿੱਤੇ ਜੀ। ਇਸ ਬੇਸ ਤੇ ਫਿਰ ਬਾਅਦ ਚ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਗੁਰਬਚਨ ਸਿੰਘ ਜੀ ਨੇ ਵੀ ਮੈਂ ਪੈਸੇ ਵੀ ਦਿੱਤੇ, ਮੇਰੀ ਇਨਵੈਸਟੀਗੇਸ਼ਨ ਨਹੀਂ ਹੋਈ ਤੇ ਇਸ ਬੰਦੇ ਨੇ, ਇਸ ਕਾਂਸਟੇਬਲ ਨੇ ਮੇਰੇ ਤੋਂ ਪੈਸੇ ਲਿੱਤੇ ਹੈ ਜੀ। ਮੈਡਮ ਦੇ ਖਿਲਾਫ ਕੋਈ ਐਲੀਗੇਸ਼ਨ ਨਹੀਂ ਹੈ ਜੀ ਇਹਦੇ ਰਿਗਾਰਡਿੰਗ, ਸਿਰਫ ਡਿਮਾਂਡ ਵੀ ਉਹਦੇ ਕੋਲੋਂ ਤੇ ਐਕਸੈਪਟੈਂਸ ਵੀ ਉਸ ਕਾਂਸਟੇਬਲ ਵੱਲੋਂ ਹੀ ਹੋਈ ਹੈ ਜੀ। ਇਹ ਮੈਟਰ ਰੈਫਰ ਕਰ ਦਿੱਤਾ ਗਿਆ, ਜਦੋਂ ਕੰਪਲੇਂਟ ਆਈ ਹੈ ਮੈਟਰ ਰੈਫਰ ਕਰ ਦਿੱਤਾ ਗਿਆ ਪੇਰੈਂਟ ਡਿਪਾਰਟਮੈਂਟ ਦੇ ਮੈਡਮ ਦੇ ਲੁਧਿਆਣੇ ਜੀ। CP ਨੂੰ ਜੀ। CP ਸਾਹਿਬ ਨੇ ਇਨਵੈਸਟੀਗੇਸ਼ਨ ਇਹਦੇ ਵਿੱਚ ਇਨਕੁਆਇਰੀ ਡਿਪਾਰਟਮੈਂਟਲ ਇਨਕੁਆਇਰੀ ਖੋਲਤੀ ਵਿਦਆਊਟ ਕੰਡਕਟਿੰਗ ਐਨੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਜੀ। ਤੇ ਉਹਨਾਂ ਨੇ ਮੈਡਮ ਨੂੰ ਨਾਲ ਆਰਡਰ ਕਰਤਾ ਵੀ ਮੈਮ ਦੀ ਸਸਪੈਂਸ਼ਨ ਕਰਤੀ ਰੂਲ 16.24 ਦੇ ਅੰਡਰ। ਜੀ। ਅਸੀਂ ਮੈਟਰ ਫਾਈਲ ਕੀਤਾ ਸੀਗਾ, ਮੈਟਰ ਲੱਗਿਆ ਸੀ ਜੈਸ਼ੀ ਠਾਕੁਰ ਮੈਮ ਦੇ, ਜੈਸ਼ੀ ਠਾਕੁਰ ਮੈਮ ਦੇ। ਉਹਦੇ ਵਿੱਚ ਅਸੀਂ ਮੇਨ ਗਰਾਊਂਡ ਅਸੀਂ ਚੱਕਿਆ ਸੀ PPR ਰੂਲ 16.38 ਜੀ। 16.38 ਬੜਾ ਸਰ ਕਲੀਅਰ ਹੈਗਾ, ਇਹਦੇ ਵਿੱਚ ਕਹਿੰਦੇ ਜਦੋਂ ਵੀ ਕੋਈ ਐਲੀਗੇਸ਼ਨ ਆਂਦਾ ਹੈ ਕਿਸੇ ਪੁਲਿਸ ਅਫੀਸ਼ੀਅਲ ਦੇ ਖਿਲਾਫ ਜੀ ਇਨ ਰਿਲੇਸ਼ਨ ਟੂ ਹਿਸ ਡਿਊਟੀ ਟੂ ਪਬਲਿਕ ਜੀ ਤਾਂ ਉਹਦੇ ਵਿੱਚ ਪ੍ਰਾਇਰ ਸੈਂਕਸ਼ਨ ਆਫ ਦਾ ਡਿਸਟ੍ਰਿਕਟ ਮੈਜਿਸਟ੍ਰੇਟ ਇਜ਼ ਰਿਕੁਆਇਰਡ। ਜੀ। ਇਸ ਕੇਸ ਦੇ ਵਿੱਚ ਸਰ ਆਹ ਆਇਆ ਵੀ ਕਮਿਸ਼ਨ ਆਫ ਪੁਲਿਸ ਨੂੰ ਕੀ ਚਾਹੀਦਾ ਸੀ, ਉਹਨਾਂ ਨੂੰ ਮੈਟਰ ਇਨਵੈਸਟੀਗੇਟ ਕਰਨ ਤੋਂ ਪਹਿਲਾਂ, ਸਸਪੈਂਸ਼ਨ ਕਰਨ ਤੋਂ ਪਹਿਲਾਂ, ਡਿਪਾਰਟਮੈਂਟਲ ਇਨਕੁਆਇਰੀ ਸ਼ੁਰੂ ਕਰਨ ਤੋਂ ਪਹਿਲਾਂ ਜੀ ਉਹਨਾਂ ਨੂੰ ਇੰਟਾਇਰ ਮੈਟਰ ਜਿਹੜਾ ਹੈਗਾ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਸਾਹਮਣੇ ਰੱਖਣਾ ਚਾਹੀਦਾ ਸੀਗਾ। ਜੀ ਬਿਲਕੁਲ। ਡਿਸਟ੍ਰਿਕਟ ਮੈਜਿਸਟ੍ਰੇਟ ਨੇ ਅੱਗੇ ਕਰਨਾ ਸੀਗਾ ਮੈਟਰ, ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਕੰਡਕਟ ਕਰਨੀ ਸੀ। ਉਹਨਾਂ ਨੇ ਦੇਖਣਾ ਸੀ ਕਿ ਇਹ ਇਨਵੈਸਟੀਗੇਸ਼ਨ ਹੈ ਕੋਈ ਪੁਲਿਸ ਅਫੀਸ਼ੀਅਲ ਕਰੇ ਜਾਂ ਕੋਈ ਜੁਡੀਸ਼ੀਅਲ ਮੈਜਿਸਟ੍ਰੇਟ ਕਰੇ। ਜੀ। ਫਿਰ ਜੇ ਪ੍ਰਾਈਮਾ ਫੈਸਾਏ ਮੈਟਰ ਮੇਡ ਆਊਟ ਹੁੰਦਾ ਸੀ ਤਾਂ ਜਾਂ ਤਾਂ ਫਿਰ ਰਜਿਸਟਰ ਕਰਦੇ FIR ਜੀ ਜਾਂ ਡਿਪਾਰਟਮੈਂਟਲ ਇਨਕੁਆਇਰੀ ਕਰਦੇ। ਜੀ। ਬੇਸਿਕ ਕਰਕਸ ਕੇਸ ਦਾ ਹੈਗਾ ਵੀ sanction of the district magistrate is required for that purpose as ਜੀ। per rule 16.38 ਜੀ। ਤੇ law ਇਸ ਗੱਲ ਤੇ ਬੜਾ ਕਲੀਅਰ ਹੈਗਾ ਵੀ as per supreme court also full bench of the supreme court ਆਪਣੀਆਂ ਹਾਈ ਕੋਰਟਸ ਵੀ ਹੈਗੀਆਂ ਵੀ this 16.38 rule is mandatory ਜੀ। ਇਹਨੂੰ ਫੋਲੋ ਕਰਨਾ ਹੀ ਕਰਨਾ ਹੈ। ਜੇ ਨਹੀਂ ਕਰੋਗੇ ਤਾਂ ਇੰਟਾਇਰ ਪ੍ਰੋਸੀਡਿੰਗਸ ਜਿਹੜੀਆਂ ਹੈਗੀਆਂ ਡਿਪਾਰਟਮੈਂਟਲ ਪ੍ਰੋਸੀਡਿੰਗ ਹੈਗੀਆਂ ਉਹ ਵਿਸ਼ੇਟਡ ਹੋ ਜਾਣੀਆਂ, ਸਾਰੀਆਂ ਖਤਮ ਹੋ ਜਾਣੀਆਂ। ਜੀ। ਇਹ ਪੁਆਇੰਟ ਸੀ ਸਰ। ਔਰ ਸਰ ਜਿਹੜਾ ਇਹ ਹੋਇਆ ਬਿਲਕੁਲ ਉਲਟੀ ਹੋ ਗਿਆ ਤਾਂ? ਬਿਲਕੁਲ ਸਰ, ਬਿਲਕੁਲ ਐਲੀਗੇਸ਼ਨ ਕੋਈ ਹੈ ਨਹੀਂ, ਬਿਨਾਂ ਐਲੀਗੇਸ਼ਨ ਤੇ ਬਿਨਾਂ ਕੋਈ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਕੀਤੇ ਹੋਏ ਮੈਡਮ ਦੇ ਖਿਲਾਫ ਸਭ ਤੋਂ ਵੱਡੀ ਗੱਲ ਹੈਗੀ ਇਹਦੇ ਵਿੱਚ, ਚਲੋ ਟੈਕਨੀਕੈਲਿਟੀ ਤੋਂ ਅਪਾਰਟ, ਇਹਦੇ ਵਿੱਚ ਮੈਡਮ ਦੇ ਖਿਲਾਫ ਕੋਈ ਐਲੀਗੇਸ਼ਨ ਹੀ ਨਹੀਂ ਹੈ। ਤੇ ਇਹਦੀ ਵਜ੍ਹਾ ਕੀ ਹੋ ਸਕਦੀ ਵਕੀਲ ਸਾਹਿਬ, ਇਹ ਕਿਉਂ ਹੋਇਆ ਹੋਊਗਾ ਐਡਾ ਵੱਡਾ ਮਤਲਬ ਅਣਗਹਿਲੀ ਕਿਵੇਂ ਹੋ ਸਕਦੀ ਹੈ? ਸਰ ਮੇਬੀ ਡਿਪਾਰਟਮੈਂਟ ਦੇ ਵਿੱਚ ਮੈਂ
ਚਲੋ ਇਹਨਾਂ ਦੀ ਆਪਸ ਦਾ ਜੋ ਹੈ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰੂੰਗਾ, ਹੂੰ। ਬਟ ਆਹ ਗੱਲ ਹੈ ਜਿਹੜਾ ਰੂਲ, ਜੇ ਆਪਾਂ ਇਹਦਾ ਆਬਜੈਕਟ ਪੜ੍ਹੀਏ ਰੂਲ 16.38 ਦਾ, ਰੂਲ 16.38 ਬਣਿਆ ਹੀ ਆਹੀ ਕੰਮ ਲਈ ਹੈ ਜੀ। ਕਿਉਂਕਿ ਪੁਲਿਸ ਅਫੀਸ਼ੀਅਲਸ ਪਬਲਿਕ ਡਿਊਟੀ ਡਿਸਚਾਰਜ ਕਰਦੇ ਆ ਤੇ ਜੀ। ਇਹਨਾਂ ਦੇ ਖਿਲਾਫ ਝੂਠੀਆਂ ਕੰਪਲੇਂਟਸ ਬੜੀਆਂ ਆਉਂਦੀਆਂ ਤਾਂ ਜੀ। ਇਹਨਾਂ ਨੂੰ ਪ੍ਰੋਟੈਕਟ ਕਰਨ ਲਈ ਹੀ 16.38 ਹੈ, ਉਹਦਾ ਆਬਜੈਕਟ ਹੀ ਆਹੀ ਹੈ। ਜੀ ਜੀ ਜੀ। ਹਾਂਜੀ ਸਰ। ਦੂਜੇ ਪਾਸੇ ਅਗਰ ਆਪਾਂ ਗੱਲ ਕਰੀਏ ਅੱਜ ਪੰਜਾਬ ਦੀ, ਪੰਜਾਬ ਦੇ ਵਿੱਚ ਪੁਲਿਸ ਡਿਪਾਰਟਮੈਂਟ ਦੀ ਵਰਦੀ ਦੇ ਉੱਤੇ ਜਦੋਂ ਕੋਈ ਉਂਗਲੀ ਚੱਕਦਾ, ਸਵਾਲ ਚੱਕਦਾ ਜਾਂ ਦਾਗ ਲੱਗਦਾ ਰਿਸ਼ਵਤਖੋਰੀ ਨੂੰ, ਉਹਨੂੰ ਤਾਂ ਬਹੁਤ ਵੱਧ ਚੜ ਕੇ ਦਿਖਾਇਆ ਜਾਂਦਾ ਜਿੰਨੇ ਕੋਈ ਇਹੋ ਜਿਹਾ ਕ੍ਰਾਈਮ ਕੀਤਾ ਹੀ ਨਹੀਂ ਹੋ, ਜਿੰਨੇ ਕੋਈ ਰਿਸ਼ਵਤ ਮੰਗੀ ਨਹੀਂ ਹੋ, ਔਰ ਉਹਦੇ ਖਿਲਾਫ ਇਹਨਾਂ ਨੇ ਝਟਪਟ ਲੈ ਕੇ ਤੇ ਇਦਾਂ ਦਾ ਐਕਸ਼ਨ ਲੈ ਲਿਆ। ਬਿਲਕੁਲ ਸਰ, ਬਿਲਕੁਲ। ਅੱਜ ਕੱਲ ਇੱਕ ਮੀਡੀਆ ਟ੍ਰਾਇਲ ਸਰ ਜ਼ਿਆਦਾ ਹੋ ਗਿਆ, ਮੈਨੂੰ ਗੱਲ ਵੀ ਹੋ ਰਹੀ ਸੀਗੀ ਜੀ। ਐਲੀਗੇਸ਼ਨ ਦੇਖੇ ਬਿਨਾ ਹੀ ਇਹਨਾਂ ਨੂੰ ਇੱਕ ਕਲਪਿਟ ਬਣਾ ਦਿੱਤਾ ਗਿਆ। ਜੀ ਬਿਲਕੁਲ। ਐਲੀਗੇਸ਼ਨ ਵੀ ਨਹੀਂ ਹੈ, ਡਿਪਾਰਟਮੈਂਟਲ ਵੀ ਖੋਲਤੀ ਜੀ। ਪਰ ਚਲੋ ਹੁਣ ਕੋਰਟ ਆਹੀ ਕੰਮ ਲਈ ਬਣੇ ਹੈਗੇ ਆ। ਜੀ। ਜੇ ਅਨਸੈਸਰੀ ਹਰਾਸਮੈਂਟ ਕਿਸੇ ਦੀ ਹੁੰਦੀ ਹੈ ਜੀ। ਤਾਂ ਕੋਰਟ ਦੀ ਪਿਕਚਰ ਦੇ ਵਿੱਚ ਆਂਦਾ। ਜੀ ਬਿਲਕੁਲ ਬਿਲਕੁਲ। ਹੁਣ ਵਕੀਲ ਸਾਹਿਬ ਹੁਣ ਦੇ ਰੀਸੈਂਟਲੀ ਆਰਡਰ ਕੀ ਹੈਗੇ ਜੀ? ਸਰ ਰੀਸੈਂਟ ਆਰਡਰ ਹੈਗੇ ਆ ਡਿਪਾਰਟਮੈਂਟਲ ਜਿਹੜੀ ਇਹਨਾਂ ਦੀ ਪ੍ਰੋਸੀਡਿੰਗ ਇਨੀਸ਼ੀਏਟ ਕੀਤੀ ਹੈਗੀ ਆ, ਉਹ ਪੂਰਾ ਦਾ ਆਰਡਰ ਟਿਲ ਦ ਨੈਕਸਟ ਡੇਟ ਆਫ ਹੀਅਰਿੰਗ ਸਟੇ ਹੋ ਚੁੱਕਾ। ਜੀ। ਹਾਂਜੀ। ਔਰ ਉਹ ਡਿਊਟੀ ਹੁਣ ਜੁਆਇਨ ਕਰ ਸਕਦੇ ਨੇ? ਸਰ ਡਿਊਟੀ ਜੁਆਇਨ ਕਰ ਸਕਦੇ ਆ। ਇਹਦਾ ਮਤਲਬ ਆਹੀ ਹੋ ਗਿਆ ਜੇ ਸਸਪੈਂਸ਼ਨ ਆਰਡਰ ਪਲੱਸ ਜਿਹੜਾ ਆਰਡਰ ਕਾਮਨ ਆਰਡਰ ਹੈ ਜਿਹਦੇ ਨਾਲ ਇਨਕੁਆਇਰੀ ਇਨੀਸ਼ੀਏਟ ਕੀਤੀ ਹੈ, ਡਿਪਾਰਟਮੈਂਟ ਨੇ ਇਨਕੁਆਇਰੀ ਇਨੀਸ਼ੀਏਟ ਕੀਤੀ ਹੈ, ਜੋ ਸਟੇ ਹੋ ਗਿਆ ਤਾਂ ਮੈਮ ਉਹੀ ਪੋਜੀਸ਼ਨ 'ਚ ਹੈ ਜੋ ਪਹਿਲਾਂ ਸੀ। ਮਤਲਬ ਉਹ ਡਿਊਟੀ ਜੁਆਇਨ ਕਰ ਸਕਦੇ ਆ। ਜੀ। ਐਵੇਂ ਪੜਿਆ ਜਾਊਗਾ ਉਹ ਆਰਡਰ ਐਗਜ਼ਿਸਟ ਹੀ ਨਹੀਂ ਕਰਦਾ। ਐਗਜ਼ਿਸਟ ਹੀ ਨਹੀਂ ਕਰਦਾ। ਬਿਲਕੁਲ ਬਿਲਕੁਲ। ਮਤਲਬ ਉਹ ਆਰਡਰਾਂ ਦੀ ਵੈਲਿਊ ਖਤਮ ਕਰ ਦਿੱਤੀ ਗਈ ਹੈ ਔਰ ਜਿੱਥੇ ਉਹ ਡਿਊਟੀ ਜਿਸ ਹਿਸਾਬ ਨਾਲ ਕਰ ਰਹੇ ਸੀਗੇ ਉਸੇ ਰੁਤਬੇ ਦੇ ਨਾਲ ਉਹ ਡਿਊਟੀ ਜੁਆਇਨ ਕਰ ਸਕਦੇ ਨੇ। ਬਿਲਕੁਲ ਸਰ, ਬਿਲਕੁਲ ਜੀ। ਜੀ। ਔਰ ਵਕੀਲ ਸਾਹਿਬ ਜਿੱਥੇ ਤਾਂ ਆਮ ਜਨਤਾ ਦੇ ਨਾਲ ਕਈ ਹੋਰ ਧੋਖਾਧੜੀਆਂ ਹੁੰਦੀਆਂ ਨੇ, ਕਈ ਪੁਲਿਸ ਵਾਲੇ ਦੇ ਐਲੀਗੇਸ਼ਨ ਵੀ ਲੱਗਦੇ ਨੇ, ਉਹਨਾਂ ਦੇ ਕੋਈ ਵਿਭਾਗੀ ਕਾਰਵਾਈ ਨਾ ਕਰਨ ਦੀ ਬਜਾਏ ਇੱਕ ਇਮਾਨਦਾਰ ਅਫਸਰ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਗਈ ਹੈ, ਇਹਦੇ ਉੱਤੇ ਕੋਈ ਅਗਲਾ ਕੋਈ ਐਕਸ਼ਨ ਕੋਈ ਕੋਰਟ ਦੇ ਥਰੂ ਕੋਈ ਅਪਣਾਇਆ ਜਾਊਗਾ ਐਸਐਚਓ ਵੱਲੋਂ? ਨਹੀਂ ਸਰ, ਹਾਲੇ ਤਾਂ ਸਾਡਾ ਮੇਨ ਏਮ ਆਹੀ ਹੈਗਾ ਵੀ ਅਸੀਂ ਜਿਹੜਾ ਆਰਡਰ ਹੈਗਾ ਉਹ ਕੁਐਸਟ ਕਰਵਾਉਣਾ। ਹਲੇ ਰਿਪਲਾਈ ਆਊਗਾ ਨੈਕਸਟ ਡੇਟ ਤੇ। ਜੀ। ਸਰ ਜੋ ਅੱਗੇ ਜੋ ਪਲਾਨ ਚੌਕ ਆਊਟ ਕਰਦੇ ਹੈਗੇ ਸਰ ਉਹ ਫਿਰ ਕਨਵੇ ਕਰਦੇ ਆ। ਜੀ ਬਿਲਕੁਲ ਬਿਲਕੁਲ। ਥੈਂਕ ਯੂ ਵੈਰੀ ਮੱਚ ਵਕੀਲ ਸਾਹਿਬ। ਓਕੇ ਸਰ, ਓਕੇ, ਥੈਂਕ ਯੂ ਸੋ ਮਚ ਸਰ। ਤੇ ਆਪਾਂ ਗੱਲ ਕਰ ਰਹੇ ਸੀ ਲਖਵਿੰਦਰ ਸਿੰਘ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਨੇ, ਜਿਨ੍ਹਾਂ ਨੇ ਸਾਫ਼ ਕਲੀਅਰ ਕੀਤਾ ਵਾ ਬਈ ਕੋਈ ਵੀ ਜਦੋਂ ਇਹਨਾਂ ਨੇ ਐਕਸ਼ਨ ਲੈਣਾ ਸੀਗਾ ਉਹ ਪਬਲਿਕ ਦੇ ਵਿੱਚ ਨਹੀਂ ਰਹਿ ਸਕਦੇ ਸੀਗੇ, ਉਹ ਡਿਪਾਰਟਮੈਂਟ ਦੇ ਵਿੱਚ ਹੀ ਰਹਿ ਕੇ ਕੰਮ ਕਰ ਸਕਦੇ ਸੀਗੇ, ਯਾਨੀ ਪਬਲਿਕ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਰਹਿ ਸਕਦੇ ਸੀਗੇ। ਮਗਰ ਕੋਈ FIR ਦਰਜ ਨਹੀਂ ਹੋਈ ਸੀਗੀ, ਕੋਈ ਵੀ ਕੰਪਲੇਂਟ ਉਹਨਾਂ ਦੇ ਖਿਲਾਫ ਨਹੀਂ ਸੀਗੀ, ਇਹ ਐਕਸ਼ਨ ਵੀ ਨਹੀਂ ਬਣਦਾ ਸੀਗਾ, ਫਿਰ ਵੀ ਐਡਾ ਵੱਡਾ ਐਕਸ਼ਨ ਪਤਾ ਨਹੀਂ ਇਹਨਾਂ ਨੇ ਕਿਉਂ ਲਿੱਤਾ ਹੈਗਾ। ਕੋਈ ਨਾ ਕੋਈ ਅੰਦਰ ਦੀ ਕੋਈ ਰੰਜਿਸ਼ ਲੱਗਦੀ ਆ ਜਾਂ ਕੋਈ ਇਹੋ ਜਿਹਾ ਕੰਮ ਹੋਇਆ ਲੱਗਦਾ ਹੈ, ਜਾਂ ਜਿਵੇਂ ਲੇਡੀ ਸਿੰਘਮ ਦੇ ਨਾਮ ਤੇ ਇੱਕ SHO ਸਾਹਿਬ ਜੋ ਅਮਨਜੋਤ ਸੰਧੂ ਨੇ ਆ ਕੇ ਇੱਕ ਲੇਡੀ ਸਿੰਘਮ ਦੇ ਨਾਮ ਤੇ ਆਪਣਾ ਇੱਕ ਰੁਤਬਾ ਕਾਇਮ ਕਰ ਲਿਆ ਸੀਗਾ, ਆਂਦੇ ਹੀ ਇੱਕ ਸਖਤੀ ਵਰਤਾਉਣਾ ਸ਼ੁਰੂ ਕਰ ਦਿੱਤਾ ਸੀਗਾ। ਕਿਤੇ ਨਾ ਕਿਤੇ ਉਹ ਕਿਸੇ ਨੂੰ ਹਜਮ ਹੋਇਆ ਨਹੀਂ ਲੱਗਦਾ ਸੀਗਾ। ਇਹ ਸੱਚਾਈ ਜਿਹੜੀ ਰਿਪੋਰਟ ਹੈ ਗਰਾਊਂਡ ਲੈਵਲ ਦੀ ਤੁਹਾਡੇ ਨਾਲ ਦੋਸਤੋ ਸਾਂਝੀ ਕਰ ਰਹੇ ਹਾਂ। ਪਹਿਲੇ ਵੀ ਅਸੀਂ ਤੁਹਾਡੇ ਨਾਲ ਹਰ ਜ਼ੀਰੋ ਲੈਵਲ ਦੀ ਗਰਾਊਂਡ ਲੈਵਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ, ਜਿੱਥੇ ਕੋਈ ਵੀ ਕਰਪਸ਼ਨ ਹੁੰਦੀ ਹੈ ਜਾਂ ਕੁਝ ਵੀ ਇਹੋ ਜਿਹਾ ਹੁੰਦਾ ਅਸੀਂ ਉਹਦੇ ਪੂਰੇ ਤੱਥ ਤੱਕ ਜਾਂਦੇ ਹਾਂ, ਪੂਰੇ ਤੱਥਾਂ ਦੇ ਆਧਾਰ ਦੇ ਉੱਤੇ ਤੁਹਾਡੇ ਨਾਲ ਰਿਪੋਰਟ ਸਾਂਝੀ ਕਰਦੇ ਹਾਂ। ਜੁੜੇ ਰਹੋ ਕੈਮਰਾਮੈਨ ਸੇਵਾ ਸਿੰਘ ਦੇ ਨਾਲ। ਸੁਸ਼ੀਲ ਮਚਾਨ ਦੀ ਰਿਪੋਰਟ, ਲੁਧਿਆਣਾ ਲਾਈਵ।